सियासत, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ दैनिक सवेरा टाइम्स। सत श्री अकाल जी। दैनिक सवेरा देख रहे सारे ही दर्शकों का बहुत बहुत स्वागत है। कोविड-19 के कारण काफ़ी लोगों को दिक्कतां आईयां ने, जिस तो बाद सिर्फ कोई एक आवाजाही ही नहीं बल्कि लोगों की इनकम यानी कि उन्होंने कामकार नूं भी काफ़ी ज़्यादा सहना पिया है, एकदम ठप्प लग गया है जिस दे उत्ते लॉकडाउन कारण। पर इस दे नाल प्राइवेट हैल्थ सैक्टर के उत्ते कितना क इफैक्ट पिया है, इस बारे साडे नाल गल करन लई जलंधर के भार्गव हॉस्पिटल तो साडे नाल मौजूद ने रुपिंदर भार्गव डॉक्टर जी। तो सर सब तो पहला तो ये दसो कि प्राइवेट हैल्थ सैक्टर नूं कितना क इफैक्ट पिया है कोविड-19 के आने तो बाद। ਜਦੋਂ ਦਾ ਕੋਵਿਡ ਦੀ ਪ੍ਰੋਬਲਮ ਸਾਡੇ ਸਟੇਟ ਦੇ ਵਿੱਚ ਆਈ ਹੈ, ਸਾਡੀ ਕੰਟਰੀ ਦੇ ਵਿੱਚ ਆਈ ਹੈ, ਗਵਰਨਮੈਂਟ ਦੀਆਂ ਹਦਾਇਤਾਂ ਨੂੰ ਫੋਲੋ ਕਰਦੇ ਹੋਏ ਲੋਕਡਾਊਨ ਨੂੰ ਇਨਸ਼ੋਰ ਕਰਨਾ ਬਹੁਤ ਜ਼ਰੂਰੀ ਸੀ। ਇਸ ਕਰਕੇ ਅਸੀਂ ਮਰੀਜ਼ ਜਿਹੜੇ ਰੂਟੀਨ ਦੇ ਵਿੱਚ ਜਿਨ੍ਹਾਂ ਨੂੰ ਕੋਈ ਸੀਰੀਅਸ ਪ੍ਰੋਬਲਮ ਨਹੀਂ ਸੀ, ਜਿਨ੍ਹਾਂ ਦਾ ਬਿਨਾਂ ਹਸਪੀਟਲ ਆਏ ਗੁਜ਼ਾਰਾ ਚੱਲਦਾ ਸੀ, ਅਸੀਂ ਉਹਨਾਂ ਨੂੰ ਫੋਨ 'ਤੇ ਹੀ ਕੰਸਲਟੇਸ਼ਨ ਦਿੱਤੀ, ਹਦਾਇਤਾਂ ਦਿੱਤੀਆਂ ਤਾਂ ਜੋ ਹਸਪਤਾਲਾਂ ਦੇ ਵਿੱਚ ਜਾਂ ਸੜਕਾਂ 'ਤੇ ਆਵਾਜਾਈ ਨੂੰ ਘਟਾਇਆ ਜਾ ਸਕੇ ਅਤੇ ਗੌਰਮੈਂਟ ਦੇ ਇਸ ਸਟੈਪ ਨੂੰ ਸਪੋਰਟ ਕੀਤਾ ਜਾਵੇ। ਇਸ ਦੇ ਨਾਲ ਇਹ ਹੋਇਆ ਕਿ ਤਕਰੀਬਨ ਹਸਪੀਟਲ ਆਉਣ ਵਾਲੇ ਜਿਹੜੇ ਪੇਸ਼ੈਂਟ ਦੀ ਗਿਣਤੀ ਸਿਰਫ ਅਸੀਂ ਐਮਰਜੈਂਸੀ ਤੱਕ ਹੀ ਸੀਮਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਇਲੈਕਟਿਵ ਪੇਸ਼ੈਂਟ ਜਿਨ੍ਹਾਂ ਨੂੰ ਜੇ ਕੋਈ ਦਿੱਕਤ ਹੈ ਉਹਨਾਂ ਨੂੰ ਵੀ ਅਸੀਂ ਐਂਟਰਟੇਨ ਕੀਤਾ। ਪਰ ਇਸ ਦਾ ਅਸਰ ਇਹ ਹੋਇਆ ਕਿ ਤਕਰੀਬਨ 70 ਤੋਂ 80% ਪੇਸ਼ੈਂਟ ਫੁੱਟਫਾਲ ਜਿਹੜਾ ਘਟ ਗਿਆ। ਪਹਿਲਾ ਮਹੀਨਾ ਗੌਰਮੈਂਟ ਦੀ ਹਦਾਇਤ ਨੂੰ ਫੋਲੋ ਕਰਨ ਦੇ ਲਈ ਇਹ ਬਹੁਤ ਹੀ ਜ਼ਰੂਰੀ ਸੀਗਾ। ਤੋ ਇਸ ਦੇ ਨਾਲ ਅਸੀਂ ਇਹ ਕਹਾਂਗੇ ਕਿ ਨੈਚੁਰਲੀ ਜਦੋਂ ਫੁੱਟਫਾਲ ਘਟਦਾ ਤਾਂ ਹਸਪੀਟਲ 'ਤੇ ਵੀ ਜਿਹੜੀ ਕਲੈਕਸ਼ਨਸ ਹੈ ਉਹ 20% ਤੱਕ ਰਹਿ ਜਾਂਦੀ ਹੈ, ਇਸ ਤੋਂ ਵੀ ਘਟ ਜਾਂਦੀ ਹੈ ਕਈਆਂ ਦੀ। ਪਰ ਅਸੀਂ ਇਹਨੂੰ ਗੌਰਮੈਂਟ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲਾ ਇੱਕ ਐਫਰਟ ਮੰਨਦੇ ਹਾਂ। ਅਸੀਂ ਇਸ ਚੀਜ਼ ਨੂੰ ਇਹ ਨਹੀਂ ਸਮਝਦੇ ਕਿ ਸਾਡਾ ਨੁਕਸਾਨ ਹੋ ਗਿਆ ਜੇ ਹੋਇਆ, ਕਿਉਂਕਿ ਲੌਂਗ ਰਨ 'ਤੇ ਸਾਡੀ ਵੀ ਕੋਸ਼ਿਸ਼ ਹੈ ਕਿ ਪਬਲਿਕ ਤੰਦਰੁਸਤ ਰਹੇ। ਇਹ ਨਹੀਂ ਕਿ ਹਸਪੀਟਲਾਂ ਦੇ ਵਿੱਚ ਜੇ ਕੋਈ ਬਹੁਤ ਵੱਡੀ ਪ੍ਰੋਬਲਮ ਨਹੀਂ ਤਾਂ ਦੌੜ ਕੇ ਆ ਕੇ ਘਬਰਾ ਕੇ ਆ ਕੇ ਹੋਰ ਨਵੀਆਂ ਬਿਮਾਰੀਆਂ ਜਾਂ ਕੋਵਿਡ ਦੇ ਵਿੱਚ ਫਸ ਜਾਣ। ਸਰ ਇਸੇ ਦੇ ਚੱਲਦਿਆਂ ਪੇਸ਼ੈਂਟਸ ਵੱਲੋਂ ਤੁਹਾਨੂੰ ਕਿਹੜੀਆਂ ਦਿੱਕਤਾਂ ਸੁਣਨ ਨੂੰ ਮਿਲੀਆਂ ਕਿ ਪੇਸ਼ੈਂਟਸ ਨੂੰ ਨਵੀਆਂ ਦਿੱਕਤਾਂ ਕੀ ਆ ਰਹੀਆਂ ਨੇ? ਕਿਉਂਕਿ ਕਰਫਿਊ ਲੱਗ ਚੁੱਕਾ ਸੀਗਾ, ਕਾਫੀਆਂ ਨੂੰ ਇਹ ਵੀ ਦਿੱਕਤ ਆਈ ਹੋਏਗੀ ਕਿ ਆਉਣ ਨਹੀਂ ਦਿੱਤਾ ਜਾ ਰਿਹਾ, ਅਤੇ ਉਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਰਿਜ਼ੋਲਵ ਕੀਤਾ? ਪੇਸ਼ੈਂਟ ਵੀ ਇਸ ਸਮੱਸਿਆ ਨੂੰ ਇੱਕਦਮ ਸਮਝ ਨਹੀਂ ਪਾਏ। ਮੈਂ ਤਾਂ ਇਹ ਕਹਾਂਗਾ ਕਿ ਉਹ ਅਵੇਅਰਨੈਸ ਜਾਂ ਇਸ ਚੱਕਰ ਦੇ ਵਿੱਚ ਉਹ ਇਹਨਾਂ ਨੂੰ ਵੀ ਇੱਕ ਨੋਰਮਲ ਹਾਲਾਤ ਹੀ ਸਮਝਦੇ ਰਹੇ ਵੀ ਛੋਟੀ ਵੀ ਤਕਲੀਫ ਹੈ ਤਾਂ ਉਹ ਕਹਿੰਦੇ ਵੀ ਹਸਪਤਾਲ ਅਸੀਂ ਜਾਣਾ ਹੀ ਜਾਣਾ, ਜਿਨ੍ਹਾਂ ਨੂੰ ਅਵੋਇਡ ਕੀਤਾ ਜਾ ਸਕਦਾ ਸੀ। ਸੋ ਇਹਨਾਂ ਪੇਸ਼ੈਂਟ ਨੂੰ ਇਹ ਲੱਗਾ ਕਿ ਸ਼ਾਇਦ ਪ੍ਰਾਈਵੇਟ ਹਸਪਤਾਲ ਵਾਲੇ ਜਾਣ ਕੇ ਨਹੀਂ ਦੇਖ ਰਹੇ, ਜਦ ਕਿ ਜੇ ਅਸੀਂ ਸੈਂਟਰ ਗੌਰਮੈਂਟ ਦੇ ਰੂਲ ਦੇਖਿਆ ਜਾਵੇ ਤਾਂ ਉਹਨਾਂ ਨੇ ਸਾਰੇ ਜਿਹੜੇ ਵੱਡੇ ਹਸਪਤਾਲ ਈਵਨ ਗੌਰਮੈਂਟ ਵਾਲੇ ਵਿੱਚ ਵੀ ਜਿਹੜਾ ਇਲੈਕਟਿਵ ਕੰਮ ਨੂੰ ਕਰਨ ਦੀ ਮਨਾਹੀ ਕੀਤੀ ਸੀ ਤਾਂ ਜੋ ਗੈਦਰਿੰਗ ਭੀੜ ਨੂੰ ਅਵੋਇਡ ਕੀਤਾ ਜਾ ਸਕੇ। ਤਾਂ ਸਭ ਤੋਂ ਵੱਡੀ ਜਦੋਂ ਲੋਕਡਾਊਨ ਆਈ ਤਾਂ ਲੋਕਾਂ ਨੂੰ ਇਹ ਸਮਝਾਉਣ ਵਿੱਚ ਸਾਨੂੰ ਬਹੁਤ ਦਿੱਕਤ ਆਈ, ਅਤੇ ਇਸ ਕਰਕੇ ਸਾਨੂੰ ਲੱਗਾ ਕਿ ਕਈ ਵਾਰ ਪੇਸ਼ੈਂਟ ਲੱਗ ਰਿਹਾ ਕਿ ਅਸੀਂ ਜਾਣਬੁੱਝ ਕੇ ਨਹੀਂ ਕਰ ਰਹੇ। ਉਸ ਤੋਂ ਬਾਅਦ ਦੂਜਾ ਕਰਫਿਊ ਲੱਗਣ ਦੇ ਨਾਲ ਜਦੋਂ ਸਿਟੀ ਦੇ ਵਿੱਚ ਲੋਕਡਾਊਨਸ ਹੋ ਗਈਆਂ, ਜਿਹੜਾ ਸ਼ਹਿਰੋਂ ਬਾਹਰ ਆਉਣ ਵਾਲੇ ਮਰੀਜ਼ ਸੀਗੇ ਜਾਂ ਦੂਜੇ ਸਟੇਟਸ ਤੋਂ, ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਹਿਮਾਚਲ ਤੋਂ ਬਹੁਤ ਪੇਸ਼ੈਂਟਸ ਆਉਂਦੇ ਆ, ਉਹਨਾਂ ਨੂੰ ਬਹੁਤ ਤਕਲੀਫਾਂ ਆਈਆਂ। ਜਿਹੜੇ ਬਹੁਤ ਜ਼ਰੂਰੀ ਸੀ ਦੂਸਰੇ ਸਟੇਟਸ ਤੋਂ ਇਹਨਾਂ 'ਚ ਆਉਣ 'ਚ ਬਹੁਤ ਦਿੱਕਤ ਸੀ। ਫਿਰ ਵੀ ਸਰਕਾਰ ਨੇ ਜਾਂ ਪੁਲਿਸ ਮੁਲਾਜ਼ਮਾਂ ਨੇ ਹੈਲਪ ਕੀਤੀ, ਜਿਨ੍ਹਾਂ ਦੇ ਕੋਲ ਹਸਪੀਟਲ ਦੀ ਇੱਕ ਵੈਲਿਡ ਪ੍ਰੋਪਰ ਫਾਈਲ ਸੀ ਉਹਨਾਂ ਨੇ ਭੇਜਿਆ। ਮੇਰੇ ਕੋਲ ਜੇ ਪੁੱਛੋਗੇ ਤਾਂ ਕਿਉਂਕਿ ਮੈਂ ਇੱਕ ਕੈਂਸਰ ਦਾ ਇਲਾਜ ਕਰਦਾ, ਕਿ ਮੇਰੇ ਪੇਸ਼ੈਂਟਸ ਜਿਨ੍ਹਾਂ ਨੂੰ ਵੀ ਕਿਸੇ ਨੂੰ ਕੀਮੋਥੈਰੇਪੀ ਚੱਲਦੀ ਸੀ ਜਾਂ ਜਿਨ੍ਹਾਂ ਦਾ ਆਪਰੇਸ਼ਨ ਬਹੁਤ ਜ਼ਰੂਰੀ ਸੀ, ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਨੇ ਜਾਂ ਪੁਲਿਸ ਕਰਮੀਆਂ ਨੇ ਉਹਨਾਂ ਦੇ ਨਾਲ ਪੂਰਾ ਸਾਥ ਦਿੱਤਾ, ਅਤੇ ਮੇਰੇ ਪਹਿਲੇ ਵਾਰ ਫਾਈਲਾਂ ਦੇਖ ਕੇ ਉਹ ਆਉਂਦੇ ਰਹੇ ਅਤੇ ਉਹਨਾਂ ਦੇ ਇਲਾਜ ਦੇ ਵਿੱਚ ਕੋਈ ਰੁਕਾਵਟ ਨਹੀਂ ਆਈ। ਅਤੇ ਸਰ ਇਸ ਦੇ ਚੱਲਦਿਆਂ ਲੋਕਾਂ ਦੇ ਵਿੱਚ ਖਾਸ ਤੌਰ 'ਤੇ ਕੈਂਸਰ ਪੇਸ਼ੈਂਟਸ ਦੇ ਵਿੱਚ ਕਿੰਨਾ ਕੁ ਇਜ਼ਾਫਾ ਹੋਇਆ ਜਾਂ ਘਾਟਾ ਹੋਇਆ, ਅਤੇ ਕਿੰਨਾ ਕੁ ਉਹਨਾਂ ਦੇ ਵਿੱਚ ਮੈਂਟਲ ਸਟਰੈਸ ਵਧਿਆ? ਕੈਂਸਰ ਦੇ ਮਰੀਜ਼ਾਂ 'ਚ ਇਜ਼ਾਫਾ ਦੇ ਬਾਰੇ ਅਸੀਂ ਨਹੀਂ ਕੁਛ ਕਹਿ ਸਕਦੇ, ਕਿਉਂਕਿ ਬਹੁਤ ਜਿਸ ਤਰ੍ਹਾਂ ਬੇਸਿਕ ਟੈਸਟ ਹੁੰਦੇ ਕੈਂਸਰ ਨੂੰ ਡਾਇਗਨੋਜ਼ ਕਰਨ ਦੇ ਲਈ ਜਾਂ ਹਸਪਤਾਲ 'ਤੇ ਆਉਣ ਦੇ ਲਈ ਜਿਹੜੀ ਜ਼ਰੂਰਤ ਹੁੰਦੀ ਹੈ, ਜਿਹੜੇ ਅਨਡਾਇਗਨੋਜ਼ ਕੇਸ ਸੀ ਤਾਂ ਉਹ ਹਸਪਤਾਲ ਪਹੁੰਚ ਹੀ ਨਹੀਂ ਸਕੇ। ਤੋ ਔਰ ਕਈ ਟੈਸਟ ਜ਼ਰੂਰੀ ਹੁੰਦੇ ਆ, ਜਾਂ ਜਿਹਨੂੰ FNAC ਕਹਿੰਦੇ, ਬਿਓਪਸੀਜ਼ ਕਹਿੰਦੇ, ਜਾਂ ਕਈ ਵਾਰ ਛੋਟਾ ਮੋਟਾ ਆਪਰੇਸ਼ਨ ਕਰਕੇ ਸਾਨੂੰ ਪੀਸ ਲੈਣਾ ਪੈਂਦਾ ਜਾਂ ਪ੍ਰੋਸੀਜਰਸ ਕਰਨੇ ਪੈਂਦੇ, ਉਹ ਨਾ ਹੋਣ ਕਰਕੇ
ਨਵੇਂ ਪੇਸ਼ੈਂਟ ਤਾਂ ਅਸੀਂ ਕਹਾਂਗੇ ਉਹ ਆ ਨਹੀਂ ਸਕੇ ਹਾਲੇ ਵੀ ਹਸਪਤਾਲਾਂ ਦੇ ਵਿੱਚ, ਉਹਨਾਂ 'ਚੋਂ ਬਹੁਤ ਘੱਟ ਗਿਣਤੀ ਦੇ, ਮੈਂ ਕਹੂੰਗਾ 10 ਤੋਂ 15% ਹੀ ਲੋਕ ਆ ਸਕੇ। ਪਰ ਕੈਂਸਰ ਦੇ ਉਹ ਪੇਸ਼ੈਂਟ ਜਿਹੜੇ ਇੱਕਦਮ ਡਾਇਗਨੋਜ਼ ਹੋਏ ਅਤੇ ਐਡਵਾਂਸ ਸਟੇਜ ਸੀ, ਉਹ ਜ਼ਰੂਰ ਹਸਪਤਾਲ ਦੇ ਵਿੱਚ ਪਹੁੰਚੇ ਅਤੇ ਉਹਨਾਂ ਤੋਂ ਪਤਾ ਲੱਗਿਆ। ਹਾਲੇ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕੈਂਸਰ ਦਾ ਵਾਧਾ ਹੋ ਗਿਆ। ਹਾਲੇ ਇਹ ਅਗਲੇ 1-2 ਮਹੀਨਿਆਂ ਦੇ ਵਿੱਚ ਜਦੋਂ ਸਾਰੇ ਹਸਪਤਾਲ ਪ੍ਰੋਪਰ ਤਰੀਕੇ ਨਾਲ, ਲੈਬੋਰਟਰੀਜ਼ ਪ੍ਰੋਪਰ ਤਰੀਕੇ ਨਾਲ ਫੰਕਸ਼ਨ ਕਰਨ ਲੱਗ ਪੈਣਗੀਆਂ ਐਂਡ ਮਰੀਜ਼ਾਂ ਦਾ ਵਿੱਚ ਵੀ ਕੌਨਫੀਡੈਂਸ ਆਏਗਾ, ਕਿਉਂਕਿ ਨਵੇਂ ਪੇਸ਼ੈਂਟ, ਨਵੇਂ ਡਾਇਗਨੋਜ਼ ਵਾਲੇ ਪੇਸ਼ੈਂਟ ਘਰੋਂ ਨਿਕਲਣ 'ਚ ਹਾਲੇ ਉਨੀ ਹਿੰਮਤ ਨਹੀਂ ਕਰ ਰਹੇ। ਤੇ ਸਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਕਿ ਇੱਕ ਪ੍ਰਾਈਵੇਟ ਹੈਲਥ ਸੈਕਟਰ ਨੂੰ ਫਾਈਨੈਂਸ਼ੀਅਲੀ ਬਹੁਤ ਧੱਕਾ ਲੱਗਾ ਹੈ, ਭਾਵੇਂ ਉਹ ਹੈਲਥ ਸੈਕਟਰ ਹੈ ਜਾਂ ਕੋਈ ਵੀ ਸੈਕਟਰ ਹੈ, ਉਸ ਨੂੰ ਇੱਕ ਬੜੀ ਵੱਡੀ ਰੋਕ ਲੱਗ ਗਈ ਹੈ, ਕਿਉਂਕਿ ਲੋਕਡਾਊਨ ਦੇ ਕਾਰਨ ਕਾਫੀ ਕੰਮਕਾਰ ਬਿਲਕੁਲ ਹੀ ਠੱਪ ਹੋ ਚੁੱਕੇ ਨੇ। ਅਤੇ ਫਾਈਨੈਂਸ਼ੀਅਲੀ ਹੌਸਪੀਟਲਸ ਨੂੰ ਕਿੰਨਾ ਕੁ ਨੁਕਸਾਨ ਜਾਂ ਕਿੰਨਾ ਕੁ ਇੱਕ ਦੂਸਰੇ ਨੂੰ ਸਪੋਰਟ ਕੀਤਾ ਗਿਆ ਹੈ? ਜਦੋਂ 80% ਤੁਹਾਡੀ ਫੁੱਟਫਾਲ ਪੇਸ਼ੈਂਟ ਦਾ ਘੱਟ ਹੋ ਜਾਏ ਤਾਂ ਨੈਚੁਰਲੀ ਤੁਹਾਡਾ ਆਲਮੋਸਟ 80% ਤੁਹਾਡੀ ਜਿਹੜੀ ਕਲੈਕਸ਼ਨਸ ਡਾਊਨ ਹੋ ਜਾਂਦੀਆਂ ਹੈ, ਤਾਂ ਲੋਸ ਤਾਂ ਹੌਸਪੀਟਲ ਨੂੰ 70 ਤੋਂ 80% ਤੱਕ ਹੋਇਆ ਹੀ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੌਲੀ ਹੌਲੀ ਚੀਜ਼ਾਂ ਰਿਕਵਰ ਕਰਨਗੀਆਂ ਅਤੇ ਇਹ ਚੀਜ਼ਾਂ ਆਪਣਗੀਆਂ। ਇਸ ਪੀਰੀਅਡ ਦੇ ਵਿੱਚ ਗੌਰਮੈਂਟਸ ਨੂੰ ਵੀ ਥੋੜ੍ਹਾ ਜਿਹਾ ਕੋਆਪਰੇਟ ਕਰਨਾ ਚਾਹੀਦਾ। ਸਭ ਤੋਂ ਜ਼ਰੂਰੀ ਜੋ ਮੈਂ ਗੌਰਮੈਂਟ ਤੋਂ ਜਾਂ ਸਰਕਾਰ ਤੋਂ ਇਹ ਚੀਜ਼ ਐਕਸਪੈਕਟ ਕਰਦਾ ਕਿ ਉਹ ਅਨਨੈਸੈਸਰੀ ਪ੍ਰਾਈਵੇਟ ਸੈਕਟਰ 'ਤੇ, ਪ੍ਰਾਈਵੇਟ ਡਾਕਟਰਾਂ 'ਤੇ ਪ੍ਰੈਸ਼ਰ ਨਾ ਪਾਵੇ। ਅਤੇ ਕਈ ਗਲਤ ਐਲੀਗੇਸ਼ਨਸ ਵੀ ਲਾਈਆਂ ਗਈਆਂ ਕਿ ਪ੍ਰਾਈਵੇਟ ਹਸਪਤਾਲ ਵਾਲੇ ਡਾਕਟਰ ਜਾਂ ਕਲੀਨਿਕਸ ਵਾਲੇ ਡਰ ਕੇ ਘਰਾਂ 'ਚ ਬੈਠ ਗਏ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਹਸਪਤਾਲ ਨੇ ਆਪਣੇ ਮਰੀਜ਼ਾਂ ਨੂੰ ਮਨ੍ਹਾ ਕੀਤਾ ਇਲਾਜ ਦੇ ਵਿੱਚ। ਉਹਨਾਂ ਦੀ ਉਸੇ ਤਰ੍ਹਾਂ ਹੀ ਸਾਡੇ ਹਸਪਤਾਲ 'ਚ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੋਇਆ, ਉਸੇ ਤਰ੍ਹਾਂ ਜਿਹਦੀ ਡਿਲੀਵਰੀ ਦੀ ਜ਼ਰੂਰਤ ਸੀ ਡਿਲੀਵਰੀ ਕੀਤੀ ਗਈ। ਹਾਂ, ਪਰ ਜਿਹੜੇ ਗੈਰ ਜ਼ਰੂਰੀ ਇਲਾਜ ਸੀ, ਜਿਨ੍ਹਾਂ ਨੂੰ ਇਮੀਡੀਏਟ ਇਲਾਜ ਦੀ ਜ਼ਰੂਰਤ ਨਹੀਂ, ਜੇ ਸਿੰਪਲ ਤੌਰ 'ਤੇ ਲੈ ਜਾਓ, ਪਿੱਤੇ 'ਚੋਂ ਪੱਥਰੀ ਕੱਢਣੀ ਆ ਜਾਂ ਬੱਚੇਦਾਨੀ 'ਚ ਰਸੌਲੀਆਂ ਜਿਹੜੀਆਂ ਤੰਗ ਨਹੀਂ ਕਰ ਰਹੀਆਂ, ਇੱਦਾਂ ਦੇ ਆਪਰੇਸ਼ਨ ਅਸੀਂ ਜ਼ਰੂਰ ਡਿਲੇ ਕੀਤੇ ਆ ਵੀ ਹਾਲੇ ਥੋੜ੍ਹੀ ਦੇਰ ਰੁਕ ਲਓ ਹਾਲੇ, ਕਿਉਂਕਿ ਹੈਲਥ ਵੱਲੋਂ ਵੀ ਇਹਦੇ ਬਾਰੇ ਇਹਨਾਂ ਆਪਰੇਸ਼ਨ ਕਰਨ ਦੇ ਵਿੱਚ ਕਿੰਨੀ ਸੇਫਟੀ ਆ ਮਰੀਜ਼ਾਂ ਦੀ, ਅਸੀਂ ਹਾਲੇ ਸਾਨੂੰ ਪਤਾ ਨਾ ਹੋਣ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ, ਆਪਰੇਸ਼ਨਸ ਨੂੰ ਜਿਹੜੇ ਗੈਰ ਜ਼ਰੂਰੀ ਹੈ, ਜਿਨ੍ਹਾਂ ਨੂੰ ਇਮੀਡੀਏਟ ਜ਼ਰੂਰੀ ਨਹੀਂ, ਉਹਨਾਂ ਨੂੰ ਅਸੀਂ ਡਿਲੇ ਜ਼ਰੂਰ ਕਰਦੇ ਰਹੇ ਹਾਂ। ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਤਿਆਰੀ ਕਰ ਲਈ ਆ, ਕਿਟਸ ਸਾਰਿਆਂ ਨੇ ਅਕਵਾਇਰ ਕਰ ਲਈਆਂ, ਜਿਹੜੇ ਕੋਵਿਡ ਦੇ ਨਹੀਂ ਵੀ ਪੇਸ਼ੈਂਟ ਆ, ਸਾਨੂੰ ਫਿਰ ਵੀ ਉਹਨਾਂ ਦੇ ਲਈ ਉਨੀ ਹੀ ਇਹਤਿਆਤ ਲੈਣੀ ਪੈ ਰਹੀ ਹੈ। ਆਪਣੇ ਸਟਾਫ ਨੂੰ ਆਪਰੇਸ਼ਨ ਵੇਲੇ ਜਾਂ ਉਹਦੇ ਡਿਲੀਵਰੀ ਵੇਲੇ ਉਹ ਸਾਰੀ ਮਾਸਕ, ਕਿਟਸ, ਫੇਸ ਸ਼ੀਲਡਸ ਪਾ ਕੇ ਅਸੀਂ ਉਸੇ ਤਰੀਕੇ ਨਾਲ ਅਸੀਂ ਡੀਲ ਕਰ ਰਹੇ ਹਾਂ ਐਂਡ ਇਨਸ਼ੋਰ ਕਰ ਰਹੇ ਹਾਂ ਕਿ ਹੌਸਪੀਟਲ ਦੇ ਵਿੱਚ ਭੀੜ ਨਾ ਲੱਗੇ। ਅਸੀਂ ਵੀ ਘੰਟੇ ਦੇ ਵਿੱਚ 5 ਤੋਂ ਲੈ ਕੇ 8 ਮਰੀਜ਼ਾਂ ਨੂੰ ਪਰ ਡਾਕਟਰ ਟਾਈਮ ਦੇ ਰਹੇ ਹਾਂ, ਟਾਈਮ ਨੂੰ ਡਿਸਟਰੀਬਿਊਟ ਕਰ ਰਹੇ ਹਾਂ। ਦੂਸਰਾ, ਅਸੀਂ ਹਾਲਾਤ ਦਿੰਦੇ ਹਾਂ ਪੇਸ਼ੈਂਟਸ ਨੂੰ ਵੀ ਉਹ ਕੋਸ਼ਿਸ਼ ਕਰਨ, ਕਿਉਂਕਿ ਇਹ ਹੁਣ ਇੱਕ ਬਦਲਿਆ ਹਾਲਾਤ ਹੈ। ਜਿਸ ਤਰ੍ਹਾਂ ਅਸੀਂ ਇੱਕ ਮਰੀਜ਼ ਦੇ ਨਾਲ 4 ਲੋਕ ਆ ਜਾਂਦੇ ਸੀ, ਉਹ ਆਉਣ ਤੋਂ ਅਵੋਇਡ ਕਰਨ, ਕੋਸ਼ਿਸ਼ ਕਰਨ ਇੱਕ ਮਰੀਜ਼ ਦੇ ਨਾਲ ਸਿਰਫ ਇੱਕ ਹੀ ਅਟੈਂਡੈਂਟ ਆਵੇ। ਇੱਕ ਹੋਰ ਹਦਾਇਤ ਕਿ ਆਪਣੀਆਂ ਜਿੰਨੀਆਂ ਵੀ ਪੁਰਾਣੀਆਂ ਰਿਪੋਰਟਾਂ ਉਹ ਇੱਕ ਅਲੱਗ ਲਿਫਾਫੇ 'ਚ ਪਾ ਕੇ ਰੱਖਣ, ਉਹ ਇੱਕੋ ਘਰ ਵੀ ਇੱਕੋ ਜਗ੍ਹਾ 'ਤੇ ਰੱਖਣ, ਜਿੱਥੇ ਇਹ ਨਹੀਂ ਕਿ ਸਾਰੇ ਬੰਦੇ ਹੱਥ ਲਾਉਂਦੇ ਰਹਿਣ, ਅਤੇ ਹਮੇਸ਼ਾ ਉਹਨੂੰ ਲੈ ਕੇ ਆਉਣ, ਲਿਆ ਕੇ ਫਿਰ ਉਸੇ ਤਰ੍ਹਾਂ ਸੰਭਾਲ ਕੇ ਰੱਖ ਦੇਣ। ਦੂਸਰੀ ਚੀਜ਼ ਕਿ ਹੌਸਪੀਟਲ ਦੇ ਵਿੱਚ ਜੇ ਲੱਗੇ ਕਿਸੇ ਲੈਬੋਰਟਰੀ 'ਤੇ ਲਾਈਨ ਲੱਗੀ ਹੈ ਤਾਂ ਆਪਣੀ ਲਾਈਨ ਨੂੰ ਮੇਨਟੇਨ ਕਰਨ, ਹਟ ਕੇ, ਜਿਸ ਤਰ੍ਹਾਂ ਕਹਿੰਦੇ ਆ ਕਿ 6 ਫੁੱਟ ਜਾਂ 2 ਮੀਟਰ ਦਾ ਫਾਸਲਾ ਰੱਖ ਕੇ ਬੈਠਣ, ਕਾਹਲੀ ਨਾ ਪੈਣ। ਇਹ ਸਾਨੂੰ ਅਗਲੇ 6, 8, 10 ਮਹੀਨੇ ਵਿੱਚ ਆਪਣੇ ਜਿਹੜੇ ਇੱਕ ਵਿਵਹਾਰ ਦੇ ਵਿੱਚ ਬਦਲਾਅ ਲਿਆਉਣਾ ਪੈਣਾ। ਇਹ ਵਿਵਹਾਰ ਸਾਨੂੰ ਜੇ ਅਸੀਂ ਸੋਚਾਂਗੇ ਤਾਂ ਇੱਕ ਹੈਲਦੀ ਚੇਂਜ ਆ ਰਿਹਾ ਸਾਡੇ ਦੇ ਵਿੱਚ। ਅੱਗੇ ਅਸੀਂ ਕੀ ਕਹਿੰਦੇ ਸੀ ਕਿ ਕਾਊਂਟਰ 'ਤੇ 4 ਬੰਦੇ ਬਾਂਹ ਰੱਖ ਕੇ ਬਹਿ ਜਾਂਦੇ ਸੀ, ਅਸੀਂ ਕਿਸੇ ਨਾਲ ਗੱਲ ਕਰਦੇ ਸੀ, ਹੱਥ ਮਿਲਾ ਲੈਣੇ, ਜੱਫੀ ਪਾ ਲੈਣੀ, ਅੱਗੇ ਆਉਣ ਦੇ ਲਈ ਧੱਕਾ ਮਾਰ ਕੇ ਵੀ ਅੱਗੇ ਆਉਣ। ਇਹ ਕੁਛ ਚੀਜ਼ਾਂ 'ਚ ਸਾਨੂੰ ਹੌਲੀ ਹੌਲੀ ਆਪਣਾ ਬਦਲਾਅ ਕਰਨਾ ਪੈਣਾ, ਅਤੇ ਅਸੀਂ ਸਾਰੀ ਪਬਲਿਕ, ਪੇਸ਼ੈਂਟਸ ਵੀ ਇਸ ਚੀਜ਼ ਨੂੰ ਰੀਅਲਾਈਜ਼ ਕਰਨਗੇ ਕਿ ਟਾਈਮ ਵੀ ਓਨਾ ਹੀ ਲੱਗਦਾ। ਹੁਣ ਅੱਗੇ ਜੇ ਅਸੀਂ ਭੀੜ ਪਾ ਲੈਂਦੇ ਸੀ ਤਾਂ ਕੋਈ ਛੇਤੀ ਨਹੀਂ ਸੀ ਵਿਹਲੇ ਹੋ ਜਾਂਦੇ, ਹੁਣ ਜੇ ਵਕਫਾ ਪਾ ਕੇ ਟਾਈਮ ਲੱਗ ਰਿਹਾ, ਮਰੀਜ਼ ਨੂੰ ਉਸੇ ਤਰ੍ਹਾਂ ਹੀ ਅਟੈਂਡ ਕੀਤਾ ਜਾਂਦਾ। ਅਤੇ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਬਦਲੇ ਹਾਲਾਤ ਦੇ ਮੁਤਾਬਕ ਸਾਨੂੰ ਸਾਰਿਆਂ ਨੂੰ ਬਦਲਾ ਲੈਣਾ ਚਾਹੀਦਾ। ਡਾਕਟਰ ਵੀ ਅੰਡਰ ਉਨੇ ਹੀ ਪ੍ਰੈਸ਼ਰ ਦੇ ਵਿੱਚ ਹੈਗੇ ਆ, ਉਹਨਾਂ ਨੂੰ ਤੁਹਾਡੀ ਸੇਫਟੀ ਵੀ ਉਨੀ ਹੀ ਇੰਪੋਰਟੈਂਟ ਹੈ, ਇਸ ਕਰਕੇ ਉਹਨਾਂ ਦੇ ਨਾਲ ਕੋਆਪਰੇਟ ਕਰਨਾ।
ਕਈ ਪੇਸ਼ੈਂਟ ਤੋਂ ਅਸੀਂ ਇਹ ਸੋਚਿਆ ਕਿ ਇਹ ਸੋਚਦੇ ਆ ਕਿ ਸ਼ਾਇਦ ਡਾਕਟਰ ਸਾਨੂੰ ਅੱਗੇ 20 ਮਿੰਟ ਵੀ ਲਗਾ ਕੇ ਦੇਖਦਾ ਸੀ, ਇਸ ਵਾਰ 5 ਮਿੰਟ ਘੱਟ ਲਗਾਉਂਦਾ। ਇਹ ਸਾਨੂੰ ਇਸੇ ਕਰਕੇ ਲਗਾਉਣਾ ਪੈਂਦਾ ਕਿਉਂਕਿ ਤਾਂ ਜੋ ਅਸੀਂ ਭੀੜ ਨੂੰ ਅਵੋਇਡ ਕਰ ਸਕੀਏ। ਕਮਰੇ ਦੇ ਵਿੱਚ ਇਕੱਠੇ ਅਸੀਂ 2-2 3-3 ਮਰੀਜ਼ ਨਾ ਬਿਠਾਈਏ, 8-8 ਬੰਦੇ ਚੈੱਕ ਕਰਨ ਵਾਲੇ ਚੈਂਬਰ ਦੇ ਵਿੱਚ ਨਾ ਬਿਠਾਈਏ, ਤਾਂ ਜੋ ਉਹਨਾਂ ਦਾ ਬਚਾਅ ਕੀਤਾ ਜਾ ਸਕੇ। ਤੇ ਸਰ ਦੂਸਰੇ ਪਾਸੇ ਜੇਕਰ ਅਸੀਂ ਹੁਣ ਗੱਲ ਕਰੀਏ ਕਿ ਸਰਕਾਰ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀਗੀਆਂ ਸਾਰੇ ਹੀ ਸੈਕਟਰਸ ਲਈ ਅਲੱਗ-ਅਲੱਗ, ਤੇ ਪ੍ਰਾਈਵੇਟ ਹੈਲਥ ਸੈਕਟਰ ਲਈ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀਗੀਆਂ ਉਹ ਕਿੰਨੀਆਂ ਕੁ ਕਾਰਗਰ ਰਹੀਆਂ ਆ ਜਾਂ ਕਿੰਨੀਆਂ ਕੁ ਨਾਕਾਮਯਾਬ ਰਹੀਆਂ ਨੇ? ਜੋ ਮੈਨੂੰ ਲੱਗ ਰਿਹਾ ਕਿ ਜਿਹੜੀ ਸਾਨੂੰ ਦਿੱਕਤ ਆ ਗਈ ਸ਼ੁਰੂ ਦੇ ਵਿੱਚ, ਅਸੀਂ ਲੋਕਡਾਊਨ ਦੇ ਵਿੱਚ ਵੀ ਬਾਵਜੂਦ ਵੀ ਕਰੋਨਾ ਨੂੰ ਰੋਕ ਨਹੀਂ ਸਕੇ, ਉਹਦੇ ਵਿੱਚ ਮੈਂ ਇਹ ਫੀਲ ਕਰਦਾ ਕਿ ਅਸੀਂ ਸ਼ੁਰੂ ਦੇ ਵਿੱਚ ਉਹਨਾਂ ਸਖਤੀ ਨਾਲ ਅਸੀਂ ਲੋਕ ਪਾਲਣ ਨਹੀਂ ਕਰ ਪਾਏ, ਨਾ ਪਬਲਿਕ ਔਰ ਨਾ ਬਾਕੀ ਲੋਕ। ਇਸ ਚੱਕਰ ਦੇ ਵਿੱਚ ਕਰੋਨਾ ਦੀ ਯਾਨੀ ਕਿ ਜਿਹੜੀ ਹੋ ਸਕਦਾ ਹੋਰ ਘਟ ਜਾਂਦੀ, ਚਾਹੇ ਅਸੀਂ ਦੀ ਰਫਤਾਰ ਰੋਕ ਲਈ ਹੈ ਪਰ ਉਹਨੂੰ ਘੱਟ ਨਹੀਂ ਕਰ ਪਾਏ। ਹੁਣ ਵੀ ਉਹੀ ਹਦਾਇਤਾਂ ਜੋ ਸ਼ੁਰੂ 'ਚ ਦਿੱਤੀਆਂ ਗਈਆਂ ਕਿ ਹਸਪਤਾਲ ਤਾਂ ਖੁੱਲ੍ਹੇ ਆ, ਪਰ ਇਹ ਪਬਲਿਕ ਨੇ, ਪੇਸ਼ੈਂਟਸ ਨੇ ਆਪ ਸੋਚਣਾ ਕਿ ਹਰ ਹਫਤੇ ਡਾਕਟਰ ਕੋਲ ਉਹੀ ਜਾਣਾ ਜ਼ਰੂਰੀ ਹੈ। ਜੇ ਉਹ ਡਾਕਟਰ ਤੁਹਾਨੂੰ ਮਹੀਨੇ ਦੀ ਦਵਾਈ ਲਿਖਦਾ ਤਾਂ ਮਹੀਨੇ ਬਾਅਦ ਆਓ, ਕਿਉਂਕਿ ਡਾਕਟਰ ਨੂੰ ਵੀ ਤੁਹਾਡੀ ਜਾਨ ਉਨੀ ਪਿਆਰੀ ਹੈ। ਸੋ ਇੱਕ ਇਸ ਤਰ੍ਹਾਂ ਦੇ ਵਿਵਹਾਰ ਦੇ ਵਿੱਚ ਬਦਲਾਵ ਲਿਆਉਣਾ ਹੀ ਪੈਣਾ। ਤੋ ਕਰਾਊਡਿੰਗ ਅਵੋਇਡ ਕਰਨੀ ਆ। ਜ਼ਰੂਰੀ ਨਹੀਂ ਵੀ ਇੱਕ ਛੋਟੀ ਜਿਹੀ ਤਕਲੀਫ ਦੇ ਲਈ ਹਸਪਤਾਲ ਅਸੀਂ ਭੱਜ ਲਈਏ। ਸਰਕਾਰ ਨੇ ਵੀ ਜਿੱਦਾਂ ਸ਼ੁਰੂ 'ਚ ਕਿਹਾ ਸੀ ਹਸਪਤਾਲ ਖੋਲ੍ਹੋ, ਹਸਪਤਾਲ ਤਾਂ ਖੁੱਲ੍ਹੇ ਹੀ ਸੀਗੇ, ਕਦੀ ਬੰਦ ਸੀਗੇ ਨਹੀਂ, ਪਰ ਇਲੈਕਟਿਵ ਚੀਜ਼ਾਂ ਜਿਹੜੀਆਂ ਗੈਰ ਜ਼ਰੂਰੀ ਚੀਜ਼ਾਂ ਉਹਨਾਂ ਲਈ ਅਸੀਂ ਡਿਲੇ ਕਰ ਰਹੇ ਸੀਗੇ ਵੀ ਦੇਰ ਬਾਅਦ ਆਓ। ਅਤੇ ਹੁਣ ਅਸੀਂ ਸਾਰੇ ਹਸਪਤਾਲ ਖੁੱਲ੍ਹੇ ਆ, ਬਟ ਫਿਰ ਵੀ ਪਬਲਿਕ ਨੂੰ ਮੈਂ ਕਹਾਂਗਾ ਕਿ ਇਹ ਜ਼ਿਆਦਾ ਇੰਪੋਰਟੈਂਟ ਉਹਨਾਂ ਦੇ ਲਈ ਕਿ ਭੀੜ ਨੂੰ ਅਵੋਇਡ ਕਰਨ, ਮਰੀਜ਼ ਦੇ ਨਾਲ 1 ਜਾਂ 2 ਅਟੈਂਡੈਂਟ ਤੋਂ ਜ਼ਿਆਦਾ ਨਾ ਆਉਣ ਅਤੇ ਪੂਰਾ ਡਿਸਿਪਲਿਨ ਫੋਲੋ ਕਰਨ। ਥਰਡ, ਭੀੜ ਦਾ ਹੀ ਇੱਕ ਹੋਰ ਅੰਗ ਹੈ ਕਿ ਅਸੀਂ ਕਈ ਵਾਰ ਦੇਖਦੇ ਹਾਂ ਕਿ ਅੱਗੇ ਵੀ ਰੂਟੀਨ ਸੀ, ਪੇਸ਼ੈਂਟ ਆ ਰਿਹਾ, ਵਾਰੀ ਨਹੀਂ ਆ ਰਹੀ ਤਾਂ ਉਹ ਖੜ੍ਹੇ ਹੋ ਕੇ ਕਦੀ ਕੰਟੀਨ 'ਤੇ ਖਾਣ ਲੱਗ ਪੈਂਦੇ ਸੀ ਡਰਿੰਕਸ, ਕਦੀ ਕੋਲਡ ਡਰਿੰਕ ਪੀ ਲਏ। ਇਹ ਚੀਜ਼ਾਂ ਨੂੰ ਅਵੋਇਡ ਕਰੋ, ਯਾਨੀ ਕਿ ਕਿਸੇ ਵੀ ਜਗ੍ਹਾ 'ਤੇ, ਨਾ ਲੈਬੋਰਟਰੀ 'ਤੇ, ਨਾ ਪਾਣੀ ਪੀਣ ਵਾਲੀ ਜਗ੍ਹਾ 'ਤੇ, ਨਾ ਕੰਟੀਨ 'ਤੇ ਕਿਸੇ ਤਰ੍ਹਾਂ ਦੀ ਭੀੜ ਨਾ ਲਾਓ। ਕੋਆਪਰੇਟ ਕਰਨ ਸਾਰਿਆਂ ਦਾ ਟਾਈਮ ਉਨਾ ਹੀ ਇੰਪੋਰਟੈਂਟ ਹੈ, ਕੋਈ ਵੀ ਚੀਜ਼ ਇਗਨੋਰ ਨਹੀਂ ਕੀਤੀ ਜਾਏਗੀ। ਇਸੇ ਤਰ੍ਹਾਂ ਇਹ ਸਮੱਸਿਆ ਹੌਲੀ ਹੌਲੀ ਖਤਮ ਹੋ ਜਾਣੀ ਹੈ, ਕਿਉਂਕਿ ਜਿਸ ਤਰ੍ਹਾਂ ਸਾਹਮਣੇ ਡਾਟਾ ਨਜ਼ਰ ਆ ਰਿਹਾ, ਕਰੋਨਾ ਦੀ ਇਨਫੈਕਸ਼ਨ ਤਾਂ ਜ਼ਰੂਰ ਹੈ, ਬਟ ਸਾਡੇ ਮੁਲਕ ਦੇ ਵਿੱਚ ਇਹਦੀ ਸਵੈਰਿਟੀ ਯਾਨੀ ਕਿ ਜਾਨਲੇਵਾ ਐਸਪੈਕਟ ਇਹਦਾ ਘੱਟ ਹੈਗਾ, ਪਰ ਫਿਰ ਵੀ ਅਸੀਂ ਇਹਨੂੰ ਫੈਲਣ ਤੋਂ ਰੋਕਣਾ ਹੀ ਆ, ਤਾਂ ਹੀ ਇਹ ਖਤਮ ਹੋਏਗੀ। ਉਦੋਂ ਤੱਕ ਸਾਨੂੰ ਇੱਕ ਰਿਡਿਊਸਡ ਸਰਕਮਸਟਾਂਸਿਸ ਦੇ ਵਿੱਚ, ਜੇ ਅੱਗੇ ਅਸੀਂ 100% ਲੈਵਲ 'ਤੇ ਕੰਮ ਕਰਦੇ ਸੀ, ਸਾਨੂੰ ਆਪਣਾ ਟਾਰਗੇਟ 50% 'ਤੇ ਮੇਨਟੇਨ ਕਰਨਾ ਪਊਗਾ ਅਗਲੇ 2 ਸਾਲ, ਅਗਲੇ 2 ਤੋਂ 3 ਮਹੀਨੇ। ਉਸ ਦੇ ਮੁਤਾਬਕ ਅਗਲੀ ਸਟ੍ਰੈਟਜੀ ਰਿਵਾਈਜ਼ ਕੀਤੀ ਜਾ ਸਕਦੀ। 1 ਅੱਧੇ ਮਹੀਨੇ ਵਿੱਚ ਜੇ ਸੋਚੀਏ ਕਿ ਅਸੀਂ ਫਿਰ ਉਹੀ 100% ਪੁਰਾਣੇ ਵਾਲੇ ਸਿਸਟਮ 'ਚ ਆ ਜਾਵਾਂਗੇ, ਉਨੀ ਭੀੜ ਪੈਣ ਲੱਗ ਪਏਗੀ ਹਸਪਤਾਲਾਂ 'ਚ ਜਾਂ ਡਾਕਟਰ ਪ੍ਰਮੋਟ ਕਰਨਗੇ, ਇਹ ਨਹੀਂ ਹੋਣ ਲੱਗਾ। ਵਕਫਾ ਰੱਖ ਕੇ ਹੀ ਦੇਖਣਾ ਪੈਣਾ। ਜਿਸ ਤਰ੍ਹਾਂ ਏਅਰਲਾਈਨਸ ਵੀ ਇੱਕ ਸੀਟ ਛੱਡ ਕੇ ਐਰੋਪਲੇਨ ਦੇ ਵਿੱਚ ਅਲੋਟਸ ਕਰ ਰਹੀਆਂ, ਇਸੇ ਤਰ੍ਹਾਂ ਹਸਪਤਾਲਾਂ ਦੇ ਵਿੱਚ ਵੀ ਸਾਨੂੰ ਕੁਛ ਇੱਦਾਂ ਦੀ ਸਿਸਟਮ ਫੋਲੋ ਕਰਨਾ ਪੈਣਾ। ਅਸੀਂ ਸਰਕਾਰ ਦੀ ਹਰ ਜਿਹੜੇ ਐਫਰਟ ਦੇ ਨਾਲ ਅਸੀਂ ਜੁੜੇ ਪਏ ਹਾਂ, ਪਰ ਕਰੋਨਾ ਦੀ ਬਿਮਾਰੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜੋ ਹਾਲੇ ਤੱਕ ਸਾਹਮਣੇ ਆਈ ਹੈ ਵੀ ਜਿਹੜਾ ਕਰੋਨਾ ਤੋਂ ਡਰ ਕੇ ਫੈਲਣ ਤੋਂ ਬਚਾ ਸਕਦਾ ਹੈ, ਇੱਕ ਦੂਜੇ ਨੂੰ ਫੈਲਣ, ਉਹੀ ਇਹਦੀ 'ਤੇ ਜਿੱਤ ਪਾਉਣ ਦਾ ਸਭ ਤੋਂ ਵੱਡਾ ਤਰੀਕਾ ਹੈ। ਸਰ, ਤੇ ਆਖਰੀ ਕੁਐਸਚਨ ਇਸ ਇੰਟਰਵਿਊ ਦਾ ਇਹੀ ਰਹੇਗਾ ਮੇਰਾ ਕਿ ਸਰਕਾਰ ਨੂੰ ਹੁਣ ਤੱਕ ਐਸੇ ਕਿਹੜੇ ਸਟੈਪਸ ਚੱਕਣੇ ਚਾਹੀਦੇ ਸੀਗੇ ਜਿਹੜੇ ਕਿ ਹਾਲੇ ਤੱਕ ਨਹੀਂ ਚੱਕੇ ਗਏ, ਜਾਂ ਕਿਸ ਤਰੀਕੇ ਦੇ ਨਾਲ ਪ੍ਰਾਈਵੇਟ ਸੈਕਟਰ ਨੂੰ ਜਾਂ ਪ੍ਰਾਈਵੇਟ ਹੈਲਥ ਸੈਕਟਰ ਨੂੰ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਸੀ? ਸਰਕਾਰ ਤੋਂ ਅਸੀਂ ਸਪੋਰਟਿਵ ਐਟੀਟਿਊਡ ਐਕਸਪੈਕਟ ਕਰਦੇ ਹਾਂ। ਡਿਕਟੋਰੀਅਲ ਟਾਈਪ ਨਹੀਂ ਹੋਣਾ ਚਾਹੀਦਾ ਵੀ ਪ੍ਰਾਈਵੇਟ ਹਸਪਤਾਲ ਆ ਜਾਂ ਕੋਈ ਦੁਕਾਨਦਾਰ ਆ ਜਾਂ ਇੰਡਸਟਰੀ 'ਤੇ ਅਸੀਂ ਇੱਕ 8 ਤੋਂ 10 ਇੱਦਾਂ ਦੇ ਰੂਲ ਬਣਾ ਲਈਏ ਜਿਹੜੇ ਪ੍ਰੈਕਟੀਕਲੀ ਇੰਪਲੀਮੈਂਟ ਹੀ ਨਹੀਂ ਹੋ ਸਕਦੇ। ਹਸਪਤਾਲ ਦੇ ਤੌਰ 'ਤੇ ਜਿਸ ਤਰ੍ਹਾਂ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਉੱਥੇ ਅਸੀਂ ਭੀੜ ਇਕੱਠੀ ਨਹੀਂ ਹੋਣ ਦੇਣੀ, ਇਹ ਤੁਹਾਡੀ ਜ਼ਿੰਮੇਵਾਰੀ ਹੈ, ਪਰ ਹਸਪਤਾਲ ਦੇ ਲਈ ਬੜਾ ਔਖਾ ਹੈ ਕਿ ਅਸੀਂ ਬਾਰ-ਬਾਰ ਪੇਸ਼ੈਂਟ ਨੂੰ ਹਾਲੇ ਅਸੀਂ ਕਹੀਦਾ ਕਿ ਲਾਈਨ ਵਕਫਾ ਰੱਖ ਕੇ ਬੈਠੋ, ਸੀਟ ਛੱਡ ਕੇ ਬੈਠੋ, ਮਾਸਕ ਪਾਓ, ਪਰ ਉਹਦੇ ਬਾਵਜੂਦ ਵੀ ਜਿਹੜੀ ਪਬਲਿਕ ਕਈ ਵਾਰ ਜ਼ਿਆਦਾ ਕੋਆਪਰੇਟ ਕਰਦੇ ਆ, ਪਰ 5 ਤੋਂ 10% 20% ਅਜਿਹੇ ਲੋਕ ਆ ਉਹ ਨਹੀਂ ਕੋਆਪਰੇਟ ਕਰਦੇ।
ਤਾਂ ਇਹ ਇੰਸਟਰਕਸ਼ਨਸ ਤਾਂ ਇੱਕ ਪੇਪਰ ਵਰਕ ਹੈ, ਜ਼ਰੂਰ ਗਵਰਨਮੈਂਟ ਇਸ਼ੂ ਕਰ ਦਿੰਦੀ ਹੈ ਕਿ ਹਰ ਮਰੀਜ਼ ਦਾ ਟੈਂਪਰੇਚਰ ਦੇਖੋ, ਜਾਂ ਕਿਸੇ ਵੀ ਦੁਕਾਨਦਾਰ 'ਤੇ ਕੋਈ ਦੁਕਾਨ ਲੈਣ ਸਮਾਨ ਲੈਣ ਉਹਦਾ ਵੀ ਟੈਂਪਰੇਚਰ, ਪਰ ਇਹ ਪ੍ਰੈਕਟੀਕਲੀ ਇੰਨੀਆਂ ਫੀਜ਼ੀਬਲ ਨਹੀਂ ਹੈਗੀਆਂ ਇਹ ਚੀਜ਼ਾਂ। ਇਹ ਕਾਨੂੰਨ ਬਣਾਉਣ ਤੇ ਇਹਨੂੰ ਥੋੜ੍ਹਾ ਜਿਹਾ ਨਰਮੀ ਦੇ ਐਂਗਲ 'ਤੇ ਦੇਖਿਆ ਜਾਵੇ, ਰਾਦਰ ਦੈਨ ਹੌਸਪੀਟਲ ਦੀ ਐਡਮਿਨਿਸਟ੍ਰੇਸ਼ਨ ਜਾਂ ਉਹਨਾਂ ਦੇ ਅਦਾਰਿਆਂ 'ਤੇ ਨੁਕਸ ਕੱਢਿਆ ਜਾਵੇ। ਅਸੀਂ ਪਬਲਿਕ ਨੂੰ ਜ਼ਿਆਦਾ ਸਟਰੋਂਗ ਮੈਸੇਜ ਦਈਏ ਤਾਂ ਜੋ ਹੌਸਪੀਟਲ ਸੇਫਲੀ ਕਰ ਸਕਣ, ਕਿਉਂਕਿ ਹਸਪਤਾਲ ਵਾਲੇ ਜੇ ਸੇਫਲੀ ਇਲਾਜ ਕਰਨ ਪਾਉਣਗੇ, ਪਬਲਿਕ ਕੋਆਪਰੇਟ ਕਰੇਗੀ, ਗੌਰਮੈਂਟ ਕੋਆਪਰੇਟ ਕਰੇਗੀ, ਤਾਂ ਇਹ ਸਰਕਾਰੀ ਹਸਪਤਾਲਾਂ ਦੇ ਵਿੱਚ ਭੀੜ ਉਨੀ ਘਟੇਗੀ, ਅਵੇਅਰਨੈਸ ਵਧੇਗੀ। ਤੇ ਸਰ ਇਸ ਦੌਰਾਨ ਕੋਈ ਰਿਬੇਟ ਦਿੱਤੀ ਗਈ ਜਾਂ ਕੋਈ ਰਿਬੇਟ ਜੇਕਰ ਨਹੀਂ ਦਿੱਤੀ ਗਈ ਤੇ ਕੀ ਰਿਬੇਟਸ ਮਿਲਣੀਆਂ ਚਾਹੀਦੀਆਂ ਨੇ, ਕਿਸ ਤਰੀਕੇ ਦੇ ਨਾਲ, ਕਿਹੜੀਆਂ ਚੀਜ਼ਾਂ ਦੇ ਵਿੱਚ? ਹਾਲੇ ਤੱਕ ਤਾਂ ਕੋਈ ਰਿਬੇਟ ਵਗੈਰਾ ਅਨਾਊਂਸ ਨਹੀਂ ਹੋਏਗੀ। ਜੋ ਸਟੇਟ ਲੈਵਲ ਦੀ ਗਵਰਨਮੈਂਟ ਕਰ ਸਕਦੀ ਹੈ, ਇਹ ਬਿਜਲੀ ਦੇ ਬਿੱਲਾਂ ਦੇ ਵਿੱਚ ਉਹੀ ਕਮਰਸ਼ੀਅਲ ਵਾਲਾ ਚਾਰਜਿਸ ਨਹੀਂ ਲੱਗਣੇ ਚਾਹੀਦੇ, ਜਿਹੜੇ ਰੂਟੀਨ ਕੁਛ ਦੇਰ ਦੇ ਲਈ ਉਹ ਰੂਟੀਨ ਚਾਰਜਿਸ ਹੀ ਲੱਗਣ। ਜੇ ਬਿੱਲ ਥੋੜ੍ਹੀ ਦੇਰ ਡਿਲੇ ਵੀ ਹੋ ਗਿਆ ਤਾਂ ਉਹਦੇ ਨਾਲ ਕੋਆਪਰੇਟ ਕਰਨਾ ਚਾਹੀਦਾ, ਕਿਉਂਕਿ ਜੇ ਇੰਨੇ ਸਾਲ ਹੌਸਪੀਟਲ ਵਾਲੇ ਜਾਂ ਦੂਜੇ ਅਦਾਰੇ ਬਿੱਲ ਦਿੰਦੇ ਰਹੇ ਤਾਂ ਹੁਣ ਵੀ ਉਹਨਾਂ ਨੇ ਦੇਣਾ, ਉਹਨਾਂ ਲਈ ਵੀ ਉਨਾ ਹੀ ਇੰਪੋਰਟੈਂਟ ਹੈ। ਤਾਂ ਅਨਨੈਸੈਸਰੀ ਪੈਨਲਟੀਜ਼ ਨਾ ਪਾਈਆਂ ਜਾਣ ਹੌਸਪੀਟਲਸ ਨੂੰ। ਜੇ ਕੁਛ ਪਬਲਿਕ ਕੋਆਪਰੇਟ ਹੁਣ ਨਾ ਕਰਨ ਕਰਕੇ, ਪੇਸ਼ੈਂਟ ਕੋਆਪਰੇਟ ਨਾ ਕਰਨ ਕਰਕੇ ਹਸਪਤਾਲ ਨੂੰ ਉਹਦਾ ਸਜ਼ਾ ਨਾ ਦਿੱਤੀ ਜਾਵੇ, ਇਹ ਮੇਰੀ ਹਦਾਇਤ ਹੈ। ਬਾਕੀ ਅਸੀਂ ਸਰਕਾਰ ਦੇ ਨਾਲ ਹੈ। ਜੋ ਲੱਗਦਾ ਡਾਕਟਰ ਪ੍ਰੋਫੈਸ਼ਨ ਜਾਂ ਹੌਸਪੀਟਲ ਦਾ ਵੀ ਪ੍ਰੋਫੈਸ਼ਨ ਬਾਕੀ ਪ੍ਰੋਫੈਸ਼ਨਾਂ ਦੀ ਤਰ੍ਹਾਂ ਹੀ ਆ, ਇਹਨਾਂ ਦੀ ਵੀ ਰਨਿੰਗ ਕੋਸਟ ਬਹੁਤ ਹੈ। ਸਟਾਫ ਜੇ ਸਾਡੇ 50 ਕੰਮ ਕਰਦੇ, ਅਸੀਂ ਇਹ ਨਹੀਂ ਕਹਿ ਸਕਦੇ ਵੀ ਹੁਣ ਤੁਹਾਨੂੰ ਅੱਧਿਆਂ ਨੂੰ ਛੁੱਟੀ ਦੇ ਦਿੱਤੀ, ਅਸੀਂ ਉਹਨਾਂ ਨੂੰ ਸੈਲਰੀ ਉਸੇ ਤਰ੍ਹਾਂ ਦੇ ਰਹੇ ਹਾਂ ਅਤੇ ਦਿੰਦੇ ਵੀ ਰਹਾਂਗੇ। ਅਤੇ ਥੋੜ੍ਹਾ ਜਿਹਾ ਲੀਨੀਐਂਸੀ ਨਾ ਦੇਖਿਆ ਜਾਵੇ, ਇਹ ਮੇਰੀ ਗੌਰਮੈਂਟ ਨੂੰ ਰਿਕੁਐਸਟ ਹੈ। ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਡਾਕਟਰ ਰੁਪਿੰਦਰ ਭਾਰਗਵ ਦਾ ਵੀ ਇਹੀ ਕਹਿਣਾ ਹੈ ਕਿ ਕੈਂਸਰ ਪੇਸ਼ੈਂਟਸ ਦੇ ਵਿੱਚ ਇਜ਼ਾਫਾ ਹੋਇਆ ਹੈ ਜਾਂ ਨਹੀਂ, ਇਹ ਲੋਕਡਾਊਨ ਤੋਂ ਬਾਅਦ ਪਤਾ ਲੱਗੇਗਾ। ਪਰ ਜਿਹੜੇ ਇਲੈਕਟਿਵ ਲੋਕ ਨੇ, ਯਾਨੀ ਕਿ ਬਹੁਤ ਜ਼ਰੂਰੀ ਇਲਾਜ ਨਹੀਂ ਨੇ, ਉਹਨਾਂ ਨੂੰ ਰੋਕਿਆ ਜਾ ਸਕਦਾ ਹਾਲੇ, ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਅਤੇ ਨਾਲੋਂ ਨਾਲ ਗਵਰਨਮੈਂਟ ਨੂੰ ਉਹਨਾਂ ਨੇ ਇਹ ਵੀ ਰਿਕੁਐਸਟ ਕੀਤੀ ਹੈ ਕਿ ਪ੍ਰਾਈਵੇਟ ਅਦਾਰਿਆਂ ਨੂੰ ਕਿਸੇ ਤਰ੍ਹਾਂ ਦੀ ਡਿਬੇਟ ਜੇਕਰ ਉਹ ਨਹੀਂ ਦੇ ਸਕਦੇ ਤਾਂ ਪੈਨਲਟੀਜ਼ ਵੀ ਨਾ ਲਗਾਉਣ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਚੱਠਾ, ਜਲੰਧਰ ਤੋਂ।